ਅਜੀਤ ਵੈਬ ਟੀਵੀ ਦੇ ਦਰਸ਼ਕਾਂ ਦਾ ਬਹੁਤ ਸਵਾਗਤ ਹੈ। ਮੈਂ ਗੁਰਪ੍ਰੀਤ ਸਿੰਘ ਚੱਠਾ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਕੌਮੀ ਸਿੱਖਿਆ ਨੀਤੀ ਦੀ। ਅੱਜ ਪੂਰੇ ਲਗਭਗ 34 ਸਾਲਾਂ ਦੇ ਬਾਅਦ ਇਹ ਸਿੱਖਿਆ ਨੀਤੀ ਬਣੀ ਹੈ ਤੇ ਜਿੱਥੇ ਇਹਨੂੰ ਭਾਜਪਾ ਸਰਕਾਰ ਜਾਂ ਕੇਂਦਰ ਸਰਕਾਰ ਜਿਹੜੀ ਹੈ ਇਸ ਕਦਮ ਨੂੰ ਇਤਿਹਾਸਕ ਦੱਸ ਰਹੀ ਹੈ, ਮੀਲ ਪੱਥਰ ਦੱਸ ਰਹੀ ਹੈ, ਉੱਥੇ ਦੂਜੇ ਪਾਸੇ ਮਾਹਰ ਜਿਹੜੇ ਨੇ ਇਹਨੂੰ ਇਤਿਹਾਸਕ ਗਲਤੀ ਵੀ ਦੱਸ ਰਹੇ ਨੇ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਦੇ ਨਾਲ ਇਹ ਵੱਡਾ ਮਸਲਾ ਸੀਗਾ, ਜਿਹੜਾ ਬਹੁਤ ਹੀ ਕਮੀਆਂ ਦੇ ਨਾਲ ਬੜੀ मतलब तेजी नाल जिहड़ा वो बनाया गया तो ये बहुत विचार करने की लोड़ सी। तो इस जे देखा जाए सिक्ख्या नीति ने अगे देश का जिहड़ा भविख है, क्योंकि जिहड़ी साडी पीढ़ी है उन्हें पढ़ना तो उस तो बाद कुछ सालों बाद वो जिहड़ी पनीरी तैयार हो जानी है, फिर उन्हें उस पॉलिसी के आधार पर अगे जिहड़े ने अपने कदम पुट्टने ने। इस पॉलिसी दे विच की गलत है, की ठीक है, तो ये की करना चाहिए सी। इस सब के सवालों के जवाब लई साडे नाल ने कुलदीप सिंह जी, जो पंजाबी यूनिवर्सिटी दे विच एजुकेशन डिपार्टमेंट च अपनी सेवावां निभा रहे हैं। कुलदीप सिंह जी बहुत बहुत स्वागत है जी। बहुत बहुत धन्यवाद। कुलदीप सिंह जी, ये जी पॉलिसी है इसका सब तो वड्डा इंपॉर्टेंस की है तो ये बड़े सालों बाद बनी है, ये लोड़ की सी ते इन्ना समा किवें लग गया इहनूं बनाउण च? देखो, दो कारण बड़े वड्डे है। जदों 1968 वाली पॉलिसी बनी है वो 1000 पेज की पॉलिसी है। वो तो पहला वो पॉलिसी का ना ही सी देश दी दा विकास ते एजुकेशन, क्योंकि हर पॉलिसी 20 साल नूं दे फैसले गाह लैंदी है। ਉਹ ਤੋਂ ਬਾਅਦ 1980 ਤੋਂ ਲੈ ਕੇ 5 ਸਾਲ ਹਿੰਦੁਸਤਾਨ ਦੀ ਸਿਆਸਤ ਬੜੀ ਟੇਢੀ ਰਹੀ। 86 ਚ ਆ ਕੇ ਫਿਰ ਪਾਲਿਸੀ ਬਣਦੀ ਆ, ਉਹਦੇ ਸੁਧਾਰ ਕੇ 92 ਚ ਕੁਝ ਉਹਦੇ ਪੁਆਇੰਟ ਸੁਧਾਰੇ ਜਾਂਦੇ ਆ। ਉਹ ਤੋਂ ਬਾਅਦ ਚ ਆ ਕੇ ਜਦੋਂ ਵਿਸ਼ਵੀਕਰਨ ਦੀਆਂ ਨੀਤੀਆਂ ਚੱਲਦੀਆਂ ਨੇ, ਇਹਦੇ 'ਚ ਤੋੜ ਭੰਨ ਕਰਕੇ ਸੰਸਥਾਵਾਂ ਤਾਂ ਬਣਾਈਆਂ ਜਾਂਦੀਆਂ ਪਰ ਪਾਲਿਸੀ ਨਹੀਂ ਬਣਦੀ, ਕਿਉਂਕਿ ਜਦੋਂ ਪਾਲਿਸੀ ਬਣਦੀ ਆ ਬਹੁਤ ਵੱਡੀ ਲੰਬੀ ਚੌੜੀ ਡਿਬੇਟ ਸ਼ੁਰੂ ਹੁੰਦੀ ਆ। ਇਹ ਬਹਿਸ ਤੋਂ ਬਾਅਦ 'ਚ ਹੀ, ਕਿਉਂਕਿ ਪਹਿਲੀ 86 ਦੀ ਕਾਂਗਰਸ ਨੇ ਬਣਾਈ ਸੀ, ਇਹਨਾਂ ਨੇ ਵੀ ਜਦੋਂ ਭਾਜਪਾ ਸਰਕਾਰ ਬਣੀ ਆ, ਇਹਨਾਂ ਨੇ 2016 ਦੇ ਵਿੱਚ ਸੁਬਰਾਮਨੀਅਮ ਕਮੇਟੀ ਬਣਾਈ ਸੀ। ਉਦੋਂ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਸੁਬਰਾਮਨੀਅਮ ਕਮੇਟੀ ਨੇ ਪੁਰਾਣੇ ਰਿਵਿਊ ਵੀ ਕੀਤੇ ਸੀ, ਨਵੀਆਂ ਸਲਾਹਾਂ ਵੀ ਲਈਆਂ, ਕੁਛ ਉਹ 'ਚ ਚੰਗੇ ਤੰਤ ਸੀਗੇ। ਉਹ ਤੋਂ ਬਾਅਦ ਇੱਕਦਮ ਸੁਬਰਾਮਨੀਅਮ ਦੀ ਕਮੇਟੀ ਦੀ ਜਿਹੜੀ ਸੀ ਰਿਪੋਰਟ, ਉਹਨੂੰ ਰੱਦ ਕਰਕੇ ਇਹਨਾਂ ਨੇ ਇਸ ਕਸਤੂਰੀ ਰੰਜਨ ਦੀ ਅਗਵਾਈ 'ਚ ਇੱਕ ਕਮੇਟੀ ਬਣਾਈ ਸੀ ਤੇ ਉਹਦੀ ਰਿਪੋਰਟ ਆ ਜਿਹੜੀ 2019 'ਚ ਉਹਦਾ ਕੱਚਾ ਡਰਾਫਟ ਆ ਜਿਹੜਾ ਸਰਕੂਲੇਟ ਹੋਇਆ ਸੀ। ਤੇ ਹੁਣ ਜਦੋਂ ਕਰੋਨਾ ਦਾ ਦੌਰ ਚੱਲ ਰਿਹਾ ਉਦੋਂ ਐਜੂਕੇਸ਼ਨ ਪਾਲਿਸੀ ਆ ਜਿਹੜੀ ਬਣ ਕੇ ਬਾਹਰ ਆਈ ਆ। ਨਹੀਂ, ਤੁਹਾਨੂੰ ਕੀ ਲੱਗਦਾ ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਇੱਕ ਬਹੁਤ ਇੰਪੋਰਟੈਂਟ ਮਸਲਾ ਹੈ, ਉਹਦੇ ਵਿੱਚ ਇੱਕਦਮ ਪਹਿਲਾਂ ਤਾਂ ਬੜੇ ਸਾਲਾਂ ਬਾਅਦ ਬਣੀ ਹੈ। ਜੇ ਬਣੀ ਹੈ ਤਾਂ ਇੰਨੀ ਕਾਹਲੀ 'ਚ ਬਣੀ ਹੈ, ਜਿੱਦਾਂ ਤੁਸੀਂ ਦੱਸਿਆ ਕਿ ਉਦੋਂ ਬਹੁਤ ਸਾਰੇ ਜਦੋਂ ਸੁਧਾਰ ਕੀਤੇ ਸੀ, ਬਣਾਈ ਸੀ, ਉਹਦੇ 'ਚ ਬਹੁਤ ਲੰਮੇ ਚੌੜੇ ਜਿਹੜੇ ਸੁਝਾਅ ਸੀ ਉਹ ਨਾਲ ਪੇਸ਼ ਕੀਤੇ ਗਏ ਸੀ। ਇਹਦੀ ਅਸਲ 'ਚ ਪ੍ਰਕਿਰਿਆ ਕੀ ਹੁੰਦੀ ਹੈ ਬਣਾਉਣ ਦੀ, ਤੇ ਇਹਨੂੰ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਸੀ? ਇਹਦੇ ਨਾਲ ਜਿਵੇਂ ਇਹਨਾਂ ਨੇ ਨੋਟ ਕੀਤਾ ਵੀ 6.2 ਕਰੋੜ ਪਹਿਲਾਂ ਹੀ ਡਰੋਪ ਆਊਟ ਆ। ਜੇ ਅਸੀਂ ਪਿੰਡਾਂ 'ਚ ਸਕੂਲ ਨਹੀਂ ਹੋਣਗੇ, ਡਰੋਪ ਆਊਟ ਹੋਰ ਵੱਧ ਜਾਊਗਾ। ਜੇ ਡਾਕਟਰ ਸਾਹਿਬ, ਇਹਦੇ 'ਚ ਜਿੱਦਾਂ ਹੁਣ ਆਪਾਂ ਜੇ ਤਕਨੀਕੀ ਪੱਖ 'ਤੇ ਜਾਈਏ ਕਿ ਇਹਨਾਂ ਨੇ 3, 5 ਜਾਂ 3 ਤੋਂ 4 ਇੱਦਾਂ ਕਰਕੇ ਜੋ ਵੀ ਹਜੇ ਤੱਕ ਬਹੁਤਾ ਅਸੀਂ ਸਮਝ ਵੀ ਨਹੀਂ ਸਕੇ ਕਿ ਇਹ ਹੈ ਕੀ ਹੈ, ਕਿਸ ਤਰੀਕੇ ਦਾ ਹੋਏਗਾ। ਉਹ 'ਚ ਬੇਸਿਕਲੀ ਕਿੱਦਾਂ ਦੀ ਸਟੱਡੀ ਹੈ, ਜੇ ਸਕੂਲਿੰਗ ਕਿਸ ਤਰ੍ਹਾਂ ਦੀ ਹੋਏਗੀ, ਗ੍ਰੈਜੂਏਸ਼ਨ, ਫਿਰ MA, ਜਿੱਦਾਂ MPhil ਇਹਨਾਂ ਖਤਮ ਕਰ ਦਿੱਤੀ। ਇਹ ਢਾਂਚਾ ਜਿਹਾ ਕਿਸ ਤਰ੍ਹਾਂ ਤੁਸੀਂ ਸਮਝਾਓਗੇ ਸੌਖੇ ਸ਼ਬਦਾਂ 'ਚ? ਸੌਖੇ ਸ਼ਬਦਾਂ 'ਚ ਇਹਨਾਂ ਨੇ 5+3+3+4 ਦਾ ਸਿਸਟਮ ਆ। 5 ਦਾ ਮਤਲਬ ਆ ਵੀ ਪਹਿਲੇ 2 ਸਾਲ ਤੋਂ ਬਾਅਦ ਵਾਲਾ ਬੱਚਾ ਜਿਹੜਾ 3 ਸਾਲ ਵਾਲਾ, ਉਹਦੇ ਲੈ ਕੇ ਇਹਨੇ ਜਿਹੜੀ ਹੁਣ ਪ੍ਰਾਇਮਰੀ ਦੀ 5 ਕਲਾਸਾਂ ਨੇ, ਉਹਦੀ ਪਹਿਲੀ ਤੇ ਦੂਜੀ ਕਲਾਸ ਪ੍ਰੈਪਰੇਟਰੀ 'ਚ ਕੱਢਤੀ, ਫਿਰ ਤੀਜੀ, ਚੌਥੀ, 5ਵੀਂ ਨੂੰ ਪ੍ਰਾਇਮਰੀ ਬਣਾਤਾ। ਗਾਹਾਂ ਹੈਗਾ 3 ਜਿਹੜੇ ਨੇ ਉਹਨੂੰ ਬਣਾਤਾ ਵਾ ਮਿਡਲ ਦੇ ਪੱਧਰ ਦਾ। ਗਾਹਾਂ ਜਿਹੜੀਆਂ 4 ਕਲਾਸਾਂ ਨੇ ਇਹਨਾਂ ਨੇ ਸੈਕੰਡਰੀ ਸਕੂਲ ਜਿਹੜਾ ਹੋਣਾ ਉਹਨੂੰ ਤੋੜ ਕੇ ਉਹਦੀ ਥਾਂ ਤੇ 9ਵੀਂ ਤੋਂ 12ਵੀਂ ਤੱਕ ਇਕੱਠਾ ਬਣਾਤਾ ਕਿ 9ਵੀਂ, 10ਵੀਂ, 11ਵੀਂ, 12ਵੀਂ ਦੇ ਜਿਹੜੇ ਹੋਣਗੇ ਮਲਟੀ ਡਿਸਪਲਿਨਰੀ ਸਕੂਲ ਹੋਣਗੇ। ਉਹ 4 ਕਲਾਸਾਂ 'ਚ ਕਿਹੜਾ ਬੱਚਾ ਸਾਇੰਸ ਵੀ ਲੈ ਸਕਦਾ, ਕਮਰਸ ਵੀ ਲੈ ਸਕਦਾ, ਲੈਂਗੁਏਜ ਵੀ ਲੈ ਸਕਦਾ, ਭਾਸ਼ਾ ਵੀ ਲੈ ਸਕਦਾ। ਜਿਵੇਂ ਹੁਣ ਸਟਰੀਮਸ ਨੇ, ਉਹ ਸਟਰੀਮਸ ਇਹ ਕਹਿੰਦੇ ਤੋੜ ਦਿੱਤੀਆਂ ਗਈਆਂ ਨੇ। ਇਹਦੀ ਥਾਂ ਤੇ ਟੋਟਲ ਦੇ ਟੋਟਲ 4 ਸਾਲਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਵਿਸ਼ਾ ਲੈ ਸਕਦੇ। ਇਹ ਸਿਸਟਮ ਆ ਸਕੂਲ ਪੱਧਰ। ਡਾਕਟਰ ਸਾਹਿਬ, ਇੱਕ ਇਹਦੇ ਵਿੱਚ ਆਇਆ ਕਿ ਇਹਦੇ ਵਿੱਚ ਜਿਹੜੀ ਵਿਦੇਸ਼ੀ ਭਾਗੀਦਾਰੀ ਹੈ ਉਹ ਸ਼ਮੂਲੀਅਤ ਨੂੰ ਇਹਨਾਂ ਨੇ ਕਿਹਾ ਕਿ ਇਹ ਹੋ ਸਕਦੀ ਹੈ। ਉਹਦੇ ਵਿੱਚ ਬੜਾ ਡਰ ਰਹਿੰਦਾ ਹੈ ਕਿ ਕਿਸੇ ਦਾ ਬਾਹਰ ਵਾਲੇ ਲੋਕਾਂ ਦਾ ਸਾਡੀ ਸਿੱਖਿਆ ਦੇ ਵਿੱਚ ਜਿਹੜਾ ਮਤਲਬ ਉਹਦੀ ਦਖਲ ਅੰਦਾਜ਼ੀ ਜਾਂ ਉਹਦੀ ਕੋਈ ਬਾਅਦ 'ਚ ਗ੍ਰਿਪ ਬਣਨ ਦਾ ਜਿਹੜਾ ਉਹ ਡਰ ਬਣਿਆ ਰਹਿੰਦਾ। ਇਹ ਕਿੰਨਾ ਕੁ ਤੁਹਾਨੂੰ ਠੀਕ ਲੱਗਦਾ? ਤੇ ਇਹਦੇ ਵਿੱਚ ਸਕੂਲਾਂ ਦੀ ਜਿਵੇਂ ਫੀਸ ਤੈਅ ਕਰਨ ਦਾ ਵੀ ਆਪਣਾ ਉਹਨਾਂ ਦੀ ਮਰਜ਼ੀ ਰੱਖੀ ਗਈ ਹੈ, ਉਹ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਬੜੀ ਕਲੀਅਰ ਕੱਟ ਆ। ਉਚੇਰੀ ਸਿੱਖਿਆ 'ਚ ਤਾਂ ਇਹਨਾਂ ਨੇ ਬਹੁਤ ਵੱਡੇ ਪੱਧਰ 'ਤੇ ਕਿਹਾ। ਅਮਰੀਕਾ ਦੀਆਂ 3 ਯੂਨੀਵਰਸਿਟੀਆਂ ਦਾ ਵੀ ਜ਼ਿਕਰ ਕੀਤਾ, ਜਿਹਦੇ 'ਚੋਂ ਵੀ ਉਸ ਮਾਡਲ ਦੀਆਂ ਮਲਟੀ
ਡਿਸਪਲਿਨਰੀ ਯੂਨੀਵਰਸਿਟੀਆਂ ਬਣਨੀਆਂ। ਜਿਹੜਾ ਸਕੂਲ ਦੇ ਲੈਵਲ ਤੇ ਆ, ਸਕੂਲ ਦਾ ਹੁਣ ਜਿੰਨਾ ਪ੍ਰਾਈਵੇਟ ਸਿਸਟਮ ਖੜਾ ਹੋ ਗਿਆ, ਉਸ ਪ੍ਰਾਈਵੇਟ ਸਿਸਟਮ ਨੂੰ ਸਰਕਾਰ ਦੇ ਕੰਟਰੋਲ 'ਚ ਲਿਆਉਣ ਦੀ ਥਾਂ ਤੇ ਉਹਨੂੰ ਹੁਣ ਇਹਨਾਂ ਨੇ ਇੱਕੋ ਜਿਹਾ ਕਰਤਾ ਵੀ ਜਿਹੜੇ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ ਆ ਉਹਨਾਂ ਦੇ ਸਾਂਝਾ ਸਟਰਕਚਰ ਬਣੂ, ਸਾਂਝੇ ਨੋਰਮਸ ਬਣ ਗਏ, ਉਹਨਾਂ ਦੇ ਉੱਪਰ ਉਹ ਇਕੱਠੇ ਚੱਲਣਗੇ, ਉਹਨਾਂ ਦੇ ਲਈ ਅਲੱਗ ਪੈਰਾਮੀਟਰ ਨਹੀਂ ਹੋਣਗੇ। ਇਸੇ ਤਰ੍ਹਾਂ ਇਹਨਾਂ ਨੇ ਕਿਹਾ ਵੀ ਜਿਹੜੇ ਦਾਨੀ ਸੱਜਣ ਆ, ਜਿਹੜੇ ਪ੍ਰਾਈਵੇਟ ਪਲੇਅਰਸ ਨੇ, ਪ੍ਰਾਈਵੇਟ ਲਾਉਣ ਵਾਲੇ ਪੈਸੇ ਆ, ਅਸੀਂ ਉਹਨਾਂ ਨੂੰ ਕਹਾਂਗੇ ਵੀ ਨਫਾ ਨਾ ਕਮਾਉਣ ਪਰ ਉਹ ਸਕੂਲ ਚਲਾਉਣ। ਇਹ ਕਿਵੇਂ ਹੋ ਸਕਦਾ ਵੀ ਇੱਕ ਪ੍ਰਾਈਵੇਟ ਬੰਦਾ ਸਕੂਲ ਖੋਲ੍ਹੇ ਤੇ ਨਫਾ ਨਾ ਕਮਾਵੇ? ਇਹ ਦੁਨੀਆ 'ਚ ਕਿਤੇ ਵੀ ਇਸ ਕਿਸਮ ਦਾ ਸਿਲਸਿਲਾ ਨਹੀਂ। ਇਹ ਤਾਂ ਸਰਕਾਰ ਲੋਕਾਂ ਤੇ ਜਾਂ ਜਿਹੜੇ ਬਹੁਤ ਵੱਡੇ ਘਰਾਣੇ ਆ ਟੈਕਸ ਲੈ ਕੇ, ਸਾਰੀ ਦੁਨੀਆ 'ਚ ਪਹਿਲੀ ਤੋਂ 12ਵੀਂ ਤੱਕ ਸਰਕਾਰ ਐਜੂਕੇਸ਼ਨ ਦਿੰਦੀ ਆ, ਉਹ ਲੋਕ ਟੈਕਸ ਪੇ ਕਰਦੇ, ਇਕੁਅਲ ਐਜੂਕੇਸ਼ਨ ਮਿਲਦੀ ਆ। ਕਠਾਰੀ ਕਮਿਸ਼ਨ ਕਿਹਾ ਕਰਦੇ ਦੇ ਵਿੱਚ ਜ਼ਿਕਰ ਸੀ ਕਿ ਜਦੋਂ ਪੀਐਨ ਤੇ ਡੀਸੀ ਦਾ ਬੱਚਾ ਇੱਕੋ ਸਕੂਲ 'ਚ ਪੜ੍ਹਨਗੇ, ਉਹ ਸਭ ਤੋਂ ਨੇਬਰਹੁੱਡ ਸਕੂਲ ਤੇ ਵਧੀਆ ਸਿਸਟਮ ਹੋਊਗਾ। ਇਹਨਾਂ ਨੇ ਉਹ ਪੁਰਾਣਾ ਜਿਹੜਾ ਸਿਸਟਮ ਆ ਉਹਦਾ ਮਾੜਾ ਮੋਟਾ ਵੀ ਕਿਤੇ ਜ਼ਿਕਰ ਨਹੀਂ ਕੀਤਾ। ਪਰ ਇਹਦੇ ਨਾਲ ਕੀ ਹੋਵੇ, ਜਿਹੜੇ ਪ੍ਰਾਈਵੇਟ ਹੁਣ ਸਕੂਲ ਬਣੇ ਆ, ਉਹ ਪ੍ਰਾਈਵੇਟ ਸਕੂਲ ਨੂੰ ਹੋਰ ਵੱਧ ਮਾਨਤਾ ਮਿਲੂ, ਜਿਹਦੇ ਕਰਕੇ ਇਹਨਾਂ ਕਿਹਾ PPP ਮਾਡਲ ਹੋ, ਫਿਲੈਂਥਰੋਪਿਸਟ ਪ੍ਰਾਈਵੇਟ ਪਬਲਿਕ, ਜਿਹਦਾ ਭਾਵ ਆ ਦਾਨੀ, ਨਿੱਜੀ ਅਤੇ ਸਰਕਾਰੀ, ਇਹ ਤਿੰਨਾਂ ਨੂੰ ਇਕੱਠੇ ਕਰ ਜਾਣਗੇ। ਹੁਣ ਦਾਨੀ ਆਪਣੇ ਆਪ ਜਿਹਨੇ ਦਾਨ ਦੇਣਾ ਉਹ ਤਾਂ ਵਿਚਾਰਾ ਪਹਿਲਾਂ ਵੀ ਦੇ ਰਿਹਾ ਸਕੂਲ 'ਚ, ਉਹ ਲਗਾਤਾਰ ਦੇ ਰਿਹਾ। ਇਹ ਪ੍ਰਾਈਵੇਟ ਕਿਸ ਕਿਸਮ ਦੇ ਦਾਨੀ ਹੋਣਗੇ? ਇਹ ਪ੍ਰਾਈਵੇਟ ਸਕੂਲਾਂ ਦੇ ਲੈਵਲ ਤੇ ਜਿਸ ਕਿਸਮ ਦਾ ਇਹਨੇ ਐਜੂਕੇਸ਼ਨ 'ਚ ਪਹਿਲਾਂ ਹੀ ਸੰਕਟ ਖੜੇ ਕੀਤੇ ਆ, ਇਸ ਪਾਲਿਸੀ ਦੇ ਲਾਗੂ ਹੋਣ ਨਾਲ ਪ੍ਰਾਈਵੇਟ ਸਕੂਲ ਰੈਕੋਗਨਾਈਜ਼ ਵੀ ਹੋਣਗੇ ਤੇ ਨਵੇਂ ਕਿਸਮ ਦੇ ਜਿਹੜੀਆਂ ਸਮੱਸਿਆਵਾਂ ਐਜੂਕੇਸ਼ਨ ਦੇ ਖੇਤਰ 'ਚ ਆਉਣਗੀਆਂ। ਡਾਕਟਰ ਸਾਹਿਬ, ਜਿੱਦਾਂ ਆਪਣੇ ਕੋਲ ਬੋਰਡ ਨੇ, ਸਿੱਖਿਆ ਬੋਰਡ, ਉਸ ਤੋਂ ਬਾਅਦ ਯੂਨੀਵਰਸਿਟੀਆਂ ਆ ਜਾਂਦੀਆਂ ਨੇ, ਉਸ ਤੋਂ ਬਾਅਦ ਨੈਕ ਹੈ, UGC ਹੈ, ਇਹਨਾਂ ਦਾ ਰੋਲ ਫਿਰ ਇੱਥੇ ਕੀ ਰਹੇਗਾ? ਕਿਵੇਂ ਰਿਐਕਟ ਕਰਨਗੇ, ਜਾਂ ਇਹਨਾਂ ਦੀ ਜ਼ਿੰਮੇਵਾਰੀਆਂ ਕੀ ਹੋਣਗੀਆਂ? ਇਹ ਬੜਾ ਮਹੱਤਵਪੂਰਨ ਸਵਾਲ ਆ। ਜਿਹੜੀਆਂ ਇਹਨਾਂ ਨੇ ਨੈਸ਼ਨਲ ਟੈਸਟਿੰਗ ਏਜੰਸੀ ਦਾ ਜ਼ਿਕਰ ਕੀਤਾ ਹੈ, ਨੈਸ਼ਨਲ ਟੈਸਟਿੰਗ ਏਜੰਸੀ ਦਾ ਭਾਵ ਆ ਕਿ ਨੈਸ਼ਨਲ ਲੈਵਲ ਦੀ ਏਜੰਸੀ ਹੋ, ਜਿਵੇਂ ਬੋਰਡ ਐਗਜ਼ਾਮ ਵੀ ਨੈਸ਼ਨਲ ਲੈਵਲ ਦੇ। ਇਹ ਪਹਿਲਾਂ ਹੀ ਸੰਕਟਗ੍ਰਸਤ, ਜਿਵੇਂ ਇਹ ਸਟੇਟਾਂ ਦਾ ਰੋਲ ਆ, ਜਿਵੇਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, ਸਟੇਟਾਂ ਨੂੰ ਆਪਣੇ ਬੋਰਡ ਨੂੰ ਸਟਰੈਂਥਨ ਕਰਨਾ ਚਾਹੀਦਾ। ਜਿਵੇਂ CBSE ਜਦੋਂ ਦੇ ਬੋਰਡ ਆ ਜਿਹੜੇ ਖੁੱਲ੍ਹੇ ਸੀ, ਉਹਦਾ ਕਾਰਨ ਸੀ ਕਿ ਬਹੁਤ ਜਿਹੜੇ ਅਫਸਰ ਆ ਇੱਧਰੋਂ ਉੱਧਰ ਬਦਲ ਕੇ ਆ ਜਾਂਦੇ ਸੀ, ਉਹਨਾਂ ਦੀ ਬਦਲੀ ਕਰਕੇ ਬੱਚਿਆਂ ਵਾਸਤੇ CBSE ਦੀ ਸੀ। ਹੁਣ CBSE ਆਪਣੇ ਆਪ ਦਾ ਇੱਕ ਵੱਡਾ ਸਿਸਟਮ ਬਣ ਗਿਆ, ਜਾਣੀ ਜਿਹੜੇ ਬੋਰਡ ਆ ਉਹ ਡਿਪੈਂਡੈਂਟ ਹੋਣਗੇ ਪਰ ਚੱਲਣਗੇ ਨੈਸ਼ਨਲ ਟੈਸਟਿੰਗ ਏਜੰਸੀ। ਇਹਨਾਂ ਨੇ ਹਰ ਪੱਧਰ ਤੇ ਕਿਹਾ ਵੀ ਅਸੀਂ ਟੈਸਟਿੰਗ ਏਜੰਸੀਆਂ ਜਿਹੜੀਆਂ, ਚਾਹੇ ਜਿਵੇਂ ਟੀਚਰ ਆ, ਟੀਚਰਾਂ ਦੀਆਂ ਪ੍ਰਮੋਸ਼ਨਾਂ ਦੀ ਥਾਂ ਤੇ ਉਹਨਾਂ ਦੀ ਉਮਰ ਦੇ ਹਿਸਾਬ ਦੀ ਥਾਂ ਤੇ ਉਹਨਾਂ ਦੀ ਟੈਸਟਿੰਗ ਹੀ ਹੋਊਗੀ। ਕਹਿਣ ਦਾ ਭਾਵ ਹੈ ਵੀ ਟੋਟਲ ਦਾ ਟੋਟਲ ਜਿਹੜਾ ਸੈਂਟਰਲਾਈਜ਼ ਸਿਸਟਮ ਵੱਲ ਨੂੰ ਇਹ ਜਿਹੜਾ ਚੱਲਣ ਦਾ। ਦੂਜਾ, ਇੱਕ ਕਰੋਨਾ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਖਾਸ ਕਰ ਜਿਹੜੀਆਂ ਟੈਕ ਦੇ ਨਾਲ ਨੇ ਜਾਂ ਇਹਦੇ ਨਾਲ ਨਵੀਂ ਟੈਕਨੋਲੋਜੀ ਨਾਲ, ਉਹ ਨਵੀਂ ਐਜੂਕੇਸ਼ਨ ਦੀ ਜਿਹੜਾ ਸਿਸਟਮ ਆ ਉਹ ਵੀ ਇਸ ਐਜੂਕੇਸ਼ਨ ਸਿਸਟਮ 'ਚ ਲੈ ਕੇ ਆਂਦਾ ਜਾ ਰਿਹਾ। ਹਾਲਾਂਕਿ ਉਹ ਸਿਸਟਮ ਚਾਹੀਦਾ ਹਾਇਰ ਐਜੂਕੇਸ਼ਨ 'ਚ ਥੋੜ੍ਹਾ ਬਹੁਤਾ ਹੋ ਸਕਦਾ, ਪਰ ਇੱਕ ਬੱਚੇ ਦੇ ਸਕੂਲ ਦੇ ਪੱਧਰ ਤੇ ਉਸ ਕਿਸਮ ਦਾ ਸਿਸਟਮ ਲਿਆਉਣਾ ਇੱਕ ਸਕੂਲ ਦੇ ਸਾਹਮਣੇ, ਕਿਉਂਕਿ ਸਕੂਲ ਸਮਾਜ ਸੁਸਾਇਟੀ ਦੀ ਉਹ ਜਗ੍ਹਾ ਹੁੰਦੀ ਆ ਜਿੱਥੇ ਵੱਖ-ਵੱਖ ਸਮਾਜ ਦੇ ਵਿਅਕਤੀ ਰਲਦੇ ਨੇ। ਸਕੂਲ ਸਾਂਝੀ ਜਗ੍ਹਾ ਹੁੰਦੀ ਹੈ ਜਿੱਥੇ ਗਰੀਬ ਦਾ ਬੱਚਾ, ਅਮੀਰ ਦਾ ਬੱਚਾ, ਵੱਖ-ਵੱਖ ਜਾਤਾਂ ਧਰਮਾਂ ਦੇ ਬੱਚੇ ਇਕੱਠੇ ਹੋ ਕੇ ਇੱਕ ਸਾਂਝਾ ਸਮਾਜ ਬਣਾਉਂਦੇ ਆ। ਕਠਾਰੀ ਕਮਿਸ਼ਨ ਕਿਹਾ ਕਰਦੇ ਸੀ ਕਿ ਹੁਣ ਜਦੋਂ ਕਰੋਨਾ ਦਾ ਦੌਰ ਚੱਲ ਰਿਹਾ, ਉਦੋਂ ਐਜੂਕੇਸ਼ਨ ਪਾਲਿਸੀ ਆ ਜਿਹੜੀ ਬਣ ਕੇ ਬਾਹਰ ਆਈ ਆ। ਨਹੀਂ, ਤੁਹਾਨੂੰ ਕੀ ਲੱਗਦਾ, ਜਿੱਦਾਂ ਹੁਣ ਤੁਸੀਂ ਦੱਸ ਰਹੇ ਹੋ ਕਿ ਇੱਕ ਬਹੁਤ ਇੰਪੋਰਟੈਂਟ ਮਸਲਾ ਹੈ, ਉਹਦੇ ਵਿੱਚ ਇੱਕਦਮ ਪਹਿਲਾਂ ਤਾਂ ਬੜੇ ਸਾਲਾਂ ਬਾਅਦ ਬਣੀ ਹੈ, ਜੇ ਬਣੀ ਹੈ ਤਾਂ ਇੰਨੀ ਕਾਹਲੀ 'ਚ ਬਣੀ ਹੈ, ਜਿੱਦਾਂ ਤੁਸੀਂ ਦੱਸਿਆ ਕਿ ਉਦੋਂ ਬਹੁਤ ਸਾਰੇ ਜਦੋਂ ਸੁਧਾਰ ਕੀਤੇ ਸੀ, ਬਣਾਈ ਸੀ, ਉਹਦੇ 'ਚ ਬਹੁਤ ਲੰਮੇ ਚੌੜੇ ਜਿਹੜੇ ਸੁਝਾਅ ਸੀ ਉਹ ਨਾਲ ਪੇਸ਼ ਕੀਤੇ ਗਏ ਸੀ। ਇਹਦੀ ਅਸਲ 'ਚ ਪ੍ਰਕਿਰਿਆ ਕੀ ਹੁੰਦੀ ਹੈ ਬਣਾਉਣ ਦੀ, ਤੇ ਇਹਨੂੰ ਕਿਸ ਤਰ੍ਹਾਂ ਦਾ ਕਰਨਾ ਚਾਹੀਦਾ ਸੀ? ਦੇਖੋ, ਪ੍ਰਕਿਰਿਆ ਬੜੀ ਹੁੰਦੀ ਆ। ਪਾਰਲੀਮੈਂਟ 'ਚ ਇੱਕ ਨੋਟ ਬਣਦਾ, ਉਹ ਨੋਟ ਤੋਂ ਬਾਅਦ 'ਚ ਬਹਿਸ ਹੁੰਦੀ ਹੈ, ਫਿਰ ਇੱਕ ਚੈਲੰਜਿੰਗ ਡਾਕੂਮੈਂਟ ਬਣਦਾ। ਜੋ 86 ਦੀ ਪਾਲਿਸੀ ਬਣੀ ਸੀ, ਇੱਕ ਉਹਦਾ ਚੈਲੰਜਿੰਗ ਬਣਿਆ, ਤੇ ਉਹ ਤੋਂ ਬਾਅਦ ਥਾਂ ਤੇ ਇਹਦੇ ਤੇ ਡਿਸਕਸ਼ਨ, ਸੈਮੀਨਾਰ, ਮਾਹਰ ਬੋਲਦੇ ਨੇ, ਉਹ ਮਾਹਰਾਂ ਦੀਆਂ ਰਾਏ ਲੈ ਕੇ, ਕਿਉਂਕਿ ਸਾਡਾ ਦੇਸ਼ ਬੜਾ ਵਿਭਿੰਨਤਾਵਾਂ ਵਾਲਾ ਭਰਿਆ, ਹਰ ਸਟੇਟ ਦੇ ਵਿੱਚੋਂ ਲੈ ਕੇ ਜਿਹੜੀਆਂ ਸਟੇਟਾਂ ਇੰਟਰਵਿਨ ਕਰਦੀਆਂ ਨੇ, ਵਿਧਾਨ ਸਭਾ, ਪਾਰਲੀਮੈਂਟ, ਉਹ ਤੋਂ ਬਾਅਦ ਜਾ ਕੇ ਫਿਰ ਖਰੜੇ ਦੇ ਤੌਰ ਤੇ ਪਾਰਲੀਮੈਂਟ 'ਚ ਜਾਂਦਾ ਤੇ ਫਿਰ ਐਜੂਕੇਸ਼ਨ ਪਾਲਿਸੀ ਪਾਸ ਹੁੰਦੀ ਆ। ਉਹਦੇ 'ਚ ਫਿਰ ਜੇ ਵੀ ਰਿਵਿਊ ਕਮੇਟੀ ਬਣਾਈ ਜਾਂਦੀ, ਜਿਵੇਂ 86 ਦੀ ਪਾਲਿਸੀ ਤੋਂ ਬਾਅਦ ਰਾਮਾ ਮੂਰਤੀ ਕਮੇਟੀ ਬਣਾਈ ਸੀ, ਉਹਨੇ 92 ਦੇ ਵਿੱਚ ਫਿਰ ਉਹਦੇ 'ਚ ਰਿਵਾਈਜ਼ਡ ਹੋ ਕੇ ਪਾਏ ਸੀ। ਇਹ ਸਾਰੀ ਪ੍ਰਕਿਰਿਆ ਨੂੰ ਇਸ ਪਾਲਿਸੀ ਦੇ ਵਿੱਚ ਕਿਸੇ ਵੀ ਰੂਪ ਵਿੱਚ ਨਹੀਂ ਕੀਤਾ ਗਿਆ, ਤੇ ਨਾ ਹੀ ਹਿੰਦੁਸਤਾਨ ਜਿੰਨਾ ਜਿਸ ਲੈਵਲ ਤੇ, ਨਾ ਵਿਧਾਨ
ਸਭਾਵਾਂ ਨਾ ਮਾਰ ਕਿਸੇ ਵੀ ਪੱਧਰ ਤੇ ਉਹਨਾਂ ਦੀਆਂ ਕੋਈ ਨਾ ਕੋਈ ਉਹਨਾਂ 'ਚ ਚਰਚਾ ਦਾ ਵਿਸ਼ਾ ਨਹੀਂ ਬਣਾਇਆ ਗਿਆ। ਤੁਹਾਨੂੰ ਫਿਰ ਇਹਦੀ ਕੀ ਤੁਸੀਂ ਵੀ ਇਹਦੇ ਪਿੱਛੇ ਗੋਖ ਕੀਤੀ ਹੈ, ਇਹਦੇ 'ਚ ਮਨਸ਼ਾ ਕੀ ਲੱਗਦੀ ਕਿ ਇਹਦੇ 'ਚ ਕਾਹਲੀਪਣ ਜਿਹੜਾ ਹੈ ਜਾਂ ਕਰੋਨਾ ਦੇ ਟਾਈਮ 'ਚ ਇੱਕਦਮ ਸਾਰਾ ਕੁਝ ਹੋਣਾ, ਉਹਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਹਦੇ 'ਚ ਰਾਜਨੀਤੀ ਹੈ ਜਾਂ ਲੋਕ ਭਗਵੇ ਕਰਨ ਦਾ ਵੀ ਕਹਿ ਰਹੇ ਨੇ ਕਿ ਇੱਕ ਸੋਚ ਸਮਝ ਨੂੰ ਇਹਦੇ ਵਿੱਚ ਫਿੱਟ ਕੀਤਾ ਜਾ ਰਿਹਾ, ਤੁਸੀਂ ਕੀ ਇਹ ਗੱਲ 'ਚ ਸੱਚਾਈ ਹੈ? ਦੇਖੋ, ਕਾਰਨ ਇਹ ਹੁੰਦਾ ਵੀ ਜਦੋਂ ਸਿਆਸੀ ਸੀ ਕਾਂਗਰਸ ਵੇਲੇ ਵੀ ਇਹਦੇ 'ਚ ਜ਼ਰੂਰ ਪੋਲੀਟੀਕਲ ਏਜੰਡਾ ਵੀ ਹੁੰਦਾ ਨਾਲ। ਇਸ ਵੇਲੇ ਜਦੋਂ ਹੁਣ ਬਣੀ ਹੈ, ਕਿਉਂਕਿ ਜਿਹੜੀ ਸੁਬਰਾਮਨੀਅਮ ਦੀ ਕਮੇਟੀ ਸੀ ਉਹ ਚੰਗੀਆਂ ਉਹਦੇ 'ਚ ਰਿਕਮੈਂਡੇਸ਼ਨ ਸੀ, ਪਰ ਇਹ ਜਿਹੜੀ ਹੁਣ ਪਾਲਿਸੀ ਆਈ ਆ ਇਹਦੇ 'ਚ ਸਿੱਧੇ ਰੂਪ 'ਚ ਰਿਫਲੈਕਟ ਇਹ ਹੁੰਦਾ ਕਿ ਜਿਹੜੀ ਭਾਜਪਾ ਸਰਕਾਰ ਰੂਲ ਕਰ ਰਹੀ ਆ ਉਹਨੇ ਆਪਣੇ ਕਿਸਮ ਦਾ ਇਹਦੇ ਕਲਚਰ, ਉਹਦੀਆਂ ਵੈਲਿਊਜ਼, ਉਹਦੀਆਂ ਕਦਰਾਂ ਕੀਮਤਾਂ, ਉਹਦੇ ਵਿਰਸੇ ਨੂੰ ਪਾਇਆ। ਹਾਲਾਂਕਿ ਇਹ ਹਿੰਦੁਸਤਾਨ ਬਣਿਆ, ਇਹਦੇ 'ਚ ਬਹੁਤ ਭਾਸ਼ਾਵਾਂ, ਬਹੁਤ ਕੌਮਾਂ, ਬਹੁਤ ਤਰ੍ਹਾਂ ਦੇ ਲੋਕ ਨੇ, ਉਹ ਸਾਰੇ ਦੇ ਸਾਰੀਆਂ ਜਿਹੜੀਆਂ ਚੀਜ਼ਾਂ ਦੇ ਇਹਦੇ 'ਚ ਉਸ ਕਿਸਮ ਦੀ ਚੀਜ਼ ਨੂੰ ਰਿਜੈਕਟ ਹੀ ਕੀਤਾ ਗਿਆ, ਉਹਦਾ ਜ਼ਿਕਰ ਤੱਕ ਨਹੀਂ ਹੈ ਜਿਹੜਾ ਲੇਟੈਸਟ ਡਾਕੂਮੈਂਟ ਪਾਸ ਹੋਇਆ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਭਿੰਨਤਾਵਾਂ ਦੀ ਵੀ ਗੱਲ ਕੀਤੀ ਹੈ, ਸਟੇਟ ਨੇ, ਰਾਜ ਦਾ ਆਪਣਾ ਸਿਸਟਮ ਹੈ, ਹਰ ਥਾਂ ਤੇ ਆਪਣਾ ਇੱਕ ਕਲਚਰ ਹੈ, ਉਹਨੂੰ ਸਾਰੇ ਨੂੰ ਇੱਕ ਵਿੱਚ ਸਮੇਟਣਾ ਜਾਂ ਉਹਨੂੰ ਰੱਖਣਾ। ਫਿਰ ਇਹਦੇ ਵਿੱਚ ਬਹੁਤ ਸਾਰੇ ਜਿਵੇਂ ਮਹਾਤੜ ਲੋਕ ਨੇ ਜਿਨ੍ਹਾਂ ਦੇ ਮਤਲਬ ਉਹਨਾਂ ਨੂੰ ਸਮੁਦਾਇ ਇਹੋ ਜਿਹੇ ਨੇ ਜਿਨ੍ਹਾਂ ਕੋਲ ਪੜ੍ਹਾਈ ਲਈ ਜਿਹੜਾ ਖਰਚਾ ਜਿਹੜਾ ਬਹੁਤ ਘੱਟ ਕਰਨ 'ਚ ਅਸਮਰਥ ਨੇ, ਉਹਨਾਂ ਲਈ ਇਹਦੇ ਵਿੱਚ ਕੀ ਕੁਝ ਰੱਖਿਆ ਗਿਆ? ਦੇਖੋ, ਕਾਰਨ ਇਹ ਆ ਹਿੰਦੁਸਤਾਨ ਬੜਾ ਵੱਖਰੇ ਕਿਸਮ ਦਾ, ਇਹਦੇ 'ਚ ਦਲਿਤ ਵੀ ਨੇ, OBC ਵੀ ਨੇ, ਮਿਨੋਰਿਟੀਜ਼ ਵੀ ਨੇ, ਵੱਖ-ਵੱਖ ਅਣ ਸਿਖਾਵਾਂ ਵਿਕਾਸ ਵੀ ਆ, ਬਹੁਤ ਦੂਰ ਤੱਕ ਪਸਰਿਆ ਹੋਇਆ ਹਿੰਦੁਸਤਾਨ ਵੀ ਆ, ਪਿੰਡ ਵੀ ਆ। ਉਹ ਸਾਰੀਆਂ ਚੀਜ਼ਾਂ ਨੂੰ ਇਸ ਪਾਲਿਸੀ ਨੇ ਕੇਂਦਰ ਦੇ ਵਿੱਚ ਨਹੀਂ ਰੱਖਿਆ, ਜਾਣੀ ਉਹ ਕਿਸੇ ਵੀ ਰੂਪ 'ਚ ਪਾਲਿਸੀ 'ਚ ਦਿਖਾਈ ਨਹੀਂ ਦਿੰਦਾ ਕਿ ਹਿੰਦੁਸਤਾਨ ਕਿਉਂਕਿ ਬਹੁਤ ਦੂਰ ਪਿੰਡਾਂ ਤੱਕ ਵਸਿਆ ਹੋਇਆ। ਜਿਵੇਂ ਇਹਨਾਂ ਨੇ ਜਦੋਂ ਪੁਰਾਣੀ 1986 ਦੀ ਪਾਲਿਸੀ ਨੂੰ ਇਹਦੇ 'ਚ ਰਿਜੈਕਟ ਕਰਦਿਆਂ ਗੱਲ ਕੀਤੀ ਆ ਕਿ ਹੁਣ ਇਹ ਜਿਹੜੇ ਪਿੰਡ ਨੇ ਉਹਨੂੰ ਪਿੰਡ ਨੂੰ ਕਿਸੇ ਰੂਪ 'ਚ ਇਕਾਈ ਨਹੀਂ ਮੰਨਿਆ। ਇਹ ਤਾਂ ਹੁਣ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਇੱਕ ਕੰਬਾਈਨਡ ਸਕੂਲ ਦੀ ਗੱਲ ਕੀਤੀ ਆ ਕਿ ਇਕੱਠੇ ਰੂਪ 'ਚ ਇੱਕ ਸੀਨੀਅਰ ਸੈਕੰਡਰੀ ਸਕੂਲ ਹੋ, ਮਲਟੀ ਡਿਸਪਲਿਨਰੀ ਸਕੂਲ ਹੋ, ਬਹੁ ਅਨੁਸ਼ਾਸਨੀ ਸਕੂਲ ਹੋਊਗਾ, ਉਹਦੀ ਗੱਲ ਕੀਤੀ ਆ। ਇਹ ਕਹਿੰਦੇ ਵੀ ਜਿਹੜੇ ਛੋਟੇ ਸਕੂਲ ਨੇ, ਪ੍ਰਾਇਮਰੀ ਸਕੂਲ ਆ ਚਾਹੇ ਮਿਡਲ ਸਕੂਲ ਆ, ਉਹਨਾਂ ਦੀ ਚੈਕਿੰਗ ਨਹੀਂ ਹੁੰਦੀ, ਉੱਥੇ ਸਹੂਲਤਾਂ ਨਹੀਂ ਦਿੱਤੀਆਂ ਜਾ ਸਕਦੀਆਂ, ਇਸ ਕਰਕੇ ਉਹ ਸਕੂਲ ਕਹਿੰਦੇ ਨੈਗੇਟਿਵ ਇਫੈਕਟ ਪਾਉਂਦੇ ਆ। ਪਰ ਇਹ ਉਲਟ ਵੀ ਆ ਕਿ ਬਹੁਤ ਦੂਰ ਤੱਕ ਰਾਈਟ ਟੂ ਐਜੂਕੇਸ਼ਨ ਐਕਟ 2009 ਨੇ ਇਹ ਗੱਲ ਕੀਤੀ ਸੀ ਕਿ ਹਰ ਪਿੰਡ ਦੇ ਵਿੱਚ ਤੁਹਾਨੂੰ ਸਕੂਲ ਦੇਣਾ ਪਊਗਾ। ਇਹ ਡਾਕਟਰ ਭੀਮ ਰਾਓ ਅੰਬੇਦਕਰ ਵੀ ਇਹ ਕਹਿੰਦੇ ਸੀ, ਕੋਠਾਰੀ ਕਮਿਸ਼ਨ ਇਹ ਕਹਿੰਦਾ ਸੀ ਕਿ ਕਾਮਨ ਸਕੂਲ ਸਿਸਟਮ ਦੇਣਾ ਪਊ, ਹਰ ਪਿੰਡ ਦੇ ਵਿੱਚ ਇੱਕ ਸਕੂਲ ਚਾਹੀਦਾ। ਡਾਕਟਰ ਸਾਹਿਬ, ਤੁਸੀਂ ਜਿੱਦਾਂ ਗੱਲ ਕੀਤੀ ਕਿ ਹਰ ਪਿੰਡ ਤੱਕ ਸਕੂਲ ਚਾਹੀਦਾ, ਪਰ ਉੱਥੇ ਇੱਕ ਗੱਲ ਇੱਥੇ ਵਿੱਚ ਇਹ ਵੀ ਪੋਜ਼ਿਟਿਵ ਵੀ ਲੱਗਦੀ ਹੈ ਕਿ ਕਈ ਵਾਰੀ ਵੇਖਣ 'ਚ ਆਇਆ ਕਿ ਜਿਹੜੇ ਬਹੁਤ ਰੇਂਜ ਤੋਂ ਪਰੇ ਸਕੂਲ ਨੇ ਜਾਂ ਉੱਥੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈ ਤੇ ਉੱਥੇ ਉਸ ਤਰੀਕੇ ਦੀ ਇੰਪੋਰਟੈਂਸ ਨਹੀਂ ਬਣਦੀ ਉਸ ਸਕੂਲ ਦੀ, ਉਸ ਸਕੂਲ ਦਾ ਪ੍ਰਬੰਧ ਜਿਹੜਾ ਔਖਾ ਹੋ ਜਾਂਦਾ। ਜੇ ਕਿਤੇ ਇਕੱਠੇ ਸਕੂਲ ਬਣਦੇ ਨੇ ਉਹਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਕਿਹਾ ਕਿ ਅਸੀਂ ਆਵਾਜਾਈ ਦਾ ਸਾਧਨ ਜਿਹੜਾ ਉਹ ਰੱਖਾਂਗੇ ਤੇ ਇੱਥੇ ਜਿਹੜੀ ਉਹਨਾਂ ਨੂੰ ਇਕੱਠੇ ਕਰਕੇ ਉਹ ਸਕੂਲ 'ਚ ਲਿਆਵਾਂਗੇ, ਇੱਥੇ ਕਿਵੇਂ ਦੀ ਗੜਬੜ ਤੁਹਾਨੂੰ ਹੋਰ ਲੱਗਦੀ ਹੈ? ਉਹਦੇ 'ਚ ਕਾਰਨ ਇਹ ਹੁੰਦਾ ਜਿਹੜਾ ਸਕੂਲ ਆ, ਜੇ ਅਸੀਂ ਜਿਸ ਲੈਵਲ ਤੇ ਸਾਡਾ ਸਮਾਜ ਆ, ਉਹ ਸਮਾਜ 'ਚ ਬੱਚਾ ਜਿਸ ਪੱਧਰ ਤੇ ਸਾਡੇ ਪਛੜਾਪਣ ਵੀ ਬਹੁਤ ਪਿੰਡੂ ਦੂਰ ਤੱਕ ਨੇ, ਚਾਹੇ 100 ਪਰਿਵਾਰ ਆ, ਚਾਹੇ 70 ਪਰਿਵਾਰ ਆ, ਚਾਹੇ 90 ਪਰਿਵਾਰ ਆ, ਚਾਹੇ 500 ਦਾ ਪਰਿਵਾਰ ਆ, ਚਾਹੇ 1000 ਦਾ, ਸਾਨੂੰ ਉੱਥੇ ਸਕੂਲ ਦੀ ਪ੍ਰਾਇਮਰੀ ਪੱਧਰ ਦੀ ਵਿਵਸਥਾ ਦੇਣੀ ਪਊਗੀ ਕਿਉਂਕਿ ਇਹ ਰਾਈਟ ਟੂ ਐਜੂਕੇਸ਼ਨ ਤੱਕ ਪਹੁੰਚਦੇ ਹਾਂ ਅਸੀਂ। ਇਹ ਬਹਿਸ 1882 'ਚ ਜੋਤੀ ਰਾਏ ਫੂਲੇ ਤੋਂ ਸ਼ੁਰੂ ਹੋਈ ਹੀ ਆ। ਆਜ਼ਾਦੀ ਵੇਲੇ ਡਾਕਟਰ ਭੀਮ ਰਾਓ ਅੰਬੇਦਕਰ ਉਹਨਾਂ ਨੇ ਕਿਹਾ ਸੀਗਾ ਕਿ ਹਰ ਪਿੰਡ ਦੇ ਵਿੱਚ ਗਰੀਬ ਬੱਚੇ ਤੱਕ ਐਜੂਕੇਸ਼ਨ ਪਹੁੰਚਾਉਣਾ ਰਾਜ ਦੀ ਡਿਊਟੀ ਆ। ਇਹ 1948 ਦੇ ਵਿੱਚ UNO ਨੇ ਵੀ ਕਿਹਾ ਕਿ ਹਰ ਬੱਚੇ ਨੂੰ ਐਜੂਕੇਸ਼ਨ ਪਹੁੰਚਾਉਣ ਦਾ। ਇਸੇ ਤਰ੍ਹਾਂ 1992 'ਚ 19 ਕ੍ਰਿਸ਼ਨ ਜੱਜਮੈਂਟ ਵੀ ਆਈ, ਰਾਈਟ ਟੂ ਐਜੂਕੇਸ਼ਨ ਐਕਟ ਵੀ ਆਇਆ। ਇਸ ਬੱਚੇ ਤੱਕ ਐਜੂਕੇਸ਼ਨ ਲੈ ਕੇ ਜਾਣ ਦੀ ਹੈ, ਸਕੂਲ ਨੂੰ ਲੈ ਕੇ ਜਾਣ ਦੀ, ਨਾ ਕਿ ਬੱਚਾ ਗਾਂ ਲਿਜਾ ਕੇ ਉੱਥੇ ਸਕੂਲ ਤੋਂ ਬਾਹਰ ਚਲਾ ਜਾਏ। ਇਹਦੇ ਨਾਲ ਜਿਵੇਂ ਇਹਨਾਂ ਨੇ ਨੋਟ ਕੀਤਾ, ਪ੍ਰਮੋਸ਼ਨਾਂ ਦੀ ਥਾਂ ਤੇ ਉਹਨਾਂ ਦੀ ਉਮਰ ਦੇ ਹਿਸਾਬ ਦੀ ਥਾਂ ਤੇ ਉਹਨਾਂ ਦੀ ਟੈਸਟਿੰਗ ਹੀ ਹੋਊਗੀ। ਕਹਿਣ ਦਾ ਭਾਵ ਹੈ ਵੀ ਟੋਟਲ ਦਾ ਟੋਟਲ ਜਿਹੜਾ ਸੈਂਟਰਲਾਈਜ਼ ਸਿਸਟਮ ਵੱਲ ਨੂੰ ਇਹ ਜਿਹੜਾ ਚੱਲਣ ਦਾ। ਦੂਜਾ ਇੱਕ ਕਰੋਨਾ ਨੇ ਇਹੋ ਜਿਹੇ ਹਾਲਾਤ ਬਣਾਤੇ ਕਿ ਬਹੁਤ ਵੱਡੀਆਂ ਜਿਹੜੀਆਂ ਕੰਪਨੀਆਂ ਨੇ, ਖਾਸ ਕਰ ਜਿਹੜੀਆਂ ਟੈਕ ਦੇ ਨਾਲ ਨੇ ਜਾਂ ਇਹਦੇ ਨਾਲ ਨਵੀਂ ਟੈਕਨੋਲੋਜੀ ਨਾਲ, ਉਹ ਨਵੀਂ ਐਜੂਕੇਸ਼ਨ ਦੀ ਜਿਹੜਾ ਸਿਸਟਮ ਆ ਉਹ ਵੀ ਇਸ ਐਜੂਕੇਸ਼ਨ ਸਿਸਟਮ 'ਚ ਲੈ ਕੇ ਆਂਦਾ ਜਾ ਰਿਹਾ। ਹਾਲਾਂਕਿ ਉਹ ਸਿਸਟਮ ਚਾਹੀਦਾ ਹਾਇਰ ਐਜੂਕੇਸ਼ਨ 'ਚ ਥੋੜ੍ਹਾ ਬਹੁਤਾ ਹੋ ਸਕਦਾ, ਪਰ ਇੱਕ ਬੱਚੇ ਦੇ ਸਕੂਲ ਦੇ ਪੱਧਰ 'ਤੇ ਉਸ ਕਿਸਮ ਦਾ ਸਿਸਟਮ ਲਿਆਉਣਾ ਇੱਕ ਸਕੂਲ ਦੇ ਸਾਹਮਣੇ, ਕਿਉਂਕਿ ਸਕੂਲ ਸਮਾਜ, ਸੁਸਾਇਟੀ ਦੀ ਉਹ ਜਗ੍ਹਾ ਹੁੰਦੀ ਆ ਜਿੱਥੇ ਵੱਖ-ਵੱਖ ਸਮਾਜ ਦੇ ਵਿਅਕਤੀ
ਰਲਦੇ ਨੇ। ਸਕੂਲ ਸਾਂਝੀ ਜਗ੍ਹਾ ਹੁੰਦੇ ਆ ਜਿੱਥੇ ਗਰੀਬ ਦਾ ਬੱਚਾ, ਅਮੀਰ ਦਾ ਬੱਚਾ, ਵੱਖ-ਵੱਖ ਜਾਤਾਂ ਧਰਮਾਂ ਦੇ ਬੱਚੇ ਇਕੱਠੇ ਹੋ ਕੇ ਇੱਕ ਸਾਂਝਾ ਸਮਾਜ ਬਣਾਉਂਦੇ ਆ। ਕਠਾਰੀ ਕਮਿਸ਼ਨ ਕਿਹਾ ਕਰਦੇ ਸੀ ਕਿ ਜਿਸ ਦਿਨ ਸਕੂਲ ਟੁੱਟ ਜੂਗਾ, ਜਿੱਥੇ ਗਰੀਬ ਤੇ ਅਮੀਰ ਦਾ ਵੱਖ-ਵੱਖ ਬੱਚੇ ਹੋਣਗੇ, ਉੱਥੇ ਸਮਾਜ ਹੀ ਟੁੱਟ ਜੂਗਾ। ਇਹ ਸਥਿਤੀ ਅੱਜ ਵੀ ਬਣੀ ਹੈ, ਕੱਲ੍ਹ ਵੀ ਬਣ ਸਕਦੀ ਹੈ। ਡਾਕਟਰ ਸਾਹਿਬ, ਇੱਕ ਬਹੁਤ ਵੱਡਾ ਮਸਲਾ ਹੁਣ ਵੀ ਚੱਲ ਰਿਹਾ ਕਿ ਜਿਹੜੀ ਨੈਤਿਕਤਾ ਹੈ ਨਾ, ਉਹ ਸਕੂਲ ਸਿੱਖਿਆ ਦੇ ਵਿੱਚੋਂ ਨਿਕਲ ਰਹੀ ਹੈ, ਕਿਉਂਕਿ ਪ੍ਰੋਫੈਸ਼ਨਲ ਹੋ ਰਿਹਾ ਸਾਰਾ ਕੁਝ, ਤੇ ਬੰਦਾ ਕਮਾ ਕੇ ਵੀ ਅਲਟੀਮੇਟਲੀ ਉੱਥੇ ਆ ਰਿਹਾ ਵੀ ਉਹ ਸੰਤੁਸ਼ਟ ਨਹੀਂ ਹੋ ਰਿਹਾ। ਸਾਡੀਆਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਨੇ, ਉਹਨਾਂ ਨੂੰ ਇੱਥੇ ਕਿਸ ਜਗ੍ਹਾ ਤੇ ਰੱਖਿਆ, ਜਾਂ ਅੱਜ ਤੋਂ ਇਸ ਸਟੱਡੀ ਨਾਲ ਜੇ ਅਸੀਂ ਬੱਚਾ ਪੜ੍ਹਦਾ ਹੈ ਜਾਂ ਉਹਦੀ ਕੀ ਨੈਤਿਕਤਾ ਜਾਂ ਉਹਦੀ ਕੀ ਸੋਚ ਬਣਦੀ ਹੈ, ਤੁਹਾਨੂੰ ਕੀ ਲੱਗਦਾ? ਦੇਖੋ, ਜਿਹੜਾ ਨੈਤਿਕਤਾ ਦਾ ਸਵਾਲ ਹੁੰਦਾ ਨਾ, ਜਿਹੜੀ ਸਕੂਲ ਆ ਉਹ ਜਿਹੜਾ ਸਿਲੇਬਸ ਪੜ੍ਹਾਇਆ ਜਾਂਦਾ, ਜਦੋਂ ਜਸ਼ਪਾਲ ਕਮੇਟੀ ਬਣੀ ਸੀ ਉਹਨੇ 10 ਸਾਲ ਤੱਕ ਦੇ ਬੱਚੇ ਦਾ ਕਾਮਨ ਕਰਿਕੂਲਮ ਦੀ ਗੱਲ ਕੀਤੀ ਆ ਕਿ ਸਾਰੇ ਬੱਚੇ ਇੱਕੋ ਜਿਹਾ ਵਿਸ਼ਾ ਬਣ ਗਏ। ਉਹਦੇ ਸੰਸਥਾਵਾਂ, ਚੰਗੀ ਸੰਸਥਾ ਦੇ ਦਿਓ, ਚੰਗਾ ਸਕੂਲ ਦੇ ਦਿਓ, ਚੰਗਾ ਮਾਹੌਲ ਦੇ ਦਿਓ, ਚੰਗੇ ਉਹਦੇ 'ਚ ਅਧਿਆਪਕ ਦੇ ਦਿਓ, ਤੇ ਚੰਗਾ ਨੈਤਿਕਤਾ ਜਿਹੜੀ ਵਿਕਸਿਤ ਹੋਣਾ ਸ਼ੁਰੂ ਹੋ ਜਾਂਦੀ ਆ। ਇਹ ਸਮਾਜ ਦੀਆਂ ਜਿਸ ਕਿਸਮ ਦੀਆਂ ਹੋਰ ਕਰੀਤੀਆਂ ਉਹ 'ਤੇ ਰਿਫਲੈਕਟ ਹੋ ਰਹੀਆਂ ਨੇ। ਪਰ ਨੈਤਿਕਤਾ ਦਾ ਸਵਾਲ ਹਮੇਸ਼ਾ ਹੀ ਐਜੂਕੇਸ਼ਨ 'ਚ ਵੱਡਾ ਸਵਾਲ ਹੁੰਦਾ ਕਿ ਅਸੀਂ ਸਮਾਜ, ਤੁਹਾਡਾ ਸਕੂਲ ਕਿਹੋ ਜਿਹਾ, ਉਹਦੇ ਤੋਂ ਹੀ ਸਮਾਜ ਦੀ ਸਿਰਜਣਾ ਜਿਹੜੀ ਹੁੰਦੀ ਆ। ਇਸ ਪਾਲਿਸੀ 'ਚ ਇਹਨਾਂ ਦੀਆਂ ਨੈਤਿਕਤਾ ਦੀਆਂ ਗੱਲਾਂ ਕੀਤੀਆਂ ਗਈਆਂ। ਨੈਤਿਕਤਾ ਉਹ ਹੁੰਦੀ ਹੈ ਜਦੋਂ ਜੇ ਸਾਂਝੇ ਬੱਚੇ ਪੜ੍ਹ ਰਹੇ ਹੋਣ, ਸਾਰੇ ਤਬਕਿਆਂ ਦੇ ਪੜ੍ਹ ਰਹੇ ਹੋਣ, ਇੱਕੋ ਜਿਹੀ ਉਹਨਾਂ ਨੂੰ ਸਹੂਲਤ ਮਿਲ ਜੇ, ਇੱਕੋ ਜਿਹੀ ਕੁਆਲਿਟੀ ਮਿਲ ਰਹੀ ਹੋਵੇ, ਕਿਸੇ ਨਾਲ ਵਿਤਕਰਾ ਨਾ ਹੋ ਰਿਹਾ ਸਕੂਲ 'ਚ ਹੋਵੇ, ਉਹ ਚੰਗੀ ਨੈਤਿਕਤਾ ਬਣੂਗੀ। ਜਦੋਂ ਮੁਕਾਬਲੇ ਦੀ ਹੋਵੇ, ਵੱਖੋ ਵੱਖਰੇ ਹੋਣ, ਉਦੋਂ ਨੈਤਿਕਤਾ ਆਪਣੇ ਆਪ ਡਿੱਗਦੀ ਹੈ। ਡਾਕਟਰ ਸਾਹਿਬ, ਦੋ ਆਖਰੀ ਸਵਾਲ ਨੇ, ਦੋਨੋਂ ਹੀ ਜ਼ਰੂਰੀ ਨੇ। ਇੱਕ ਤਾਂ ਕਿਸੇ ਕੰਮ ਲਈ ਵੀ ਜਿਹੜਾ ਬਜਟ ਤੇ ਪੈਸਾ ਹੈ ਉਹ ਬਹੁਤ ਜ਼ਰੂਰੀ ਹੈ। ਗੱਲਾਂ ਜਿੰਨੀਆਂ ਮਰਜ਼ੀ ਕਰ ਲਈਏ, ਗੱਲ ਜਿਹੜੀ ਉਹ ਮੁੱਕਦੀ ਆ ਕੇ ਪੈਸੇ ਤੇ ਜਾਂ ਖਰਚੇ ਤੇ ਆ। ਤੇ ਸੈਕੰਡਲੀ ਜਿਹੜਾ ਸਟੇਟ ਕੇਂਦਰ ਨੇ ਜਦੋਂ ਪਾਲਿਸੀ ਬਣਾ ਦਿੱਤੀ ਹੈ, ਉਸ ਤੋਂ ਬਾਅਦ ਜਿਹੜੀਆਂ ਸੂਬਾ ਸਰਕਾਰਾਂ ਨੇ ਉਹਨਾਂ ਵੱਲੋਂ ਕੋਈ ਖਾਸ ਰਿਐਕਟ ਨਹੀਂ ਆ ਰਿਹਾ ਜਿਸ ਪੱਧਰ ਦਾ ਖਰਚਿਆ ਜਾ ਰਿਹਾ। ਜਦੋਂ ਤੁਸੀਂ ਬਜਟ ਨਹੀਂ ਦੇਣਾ, ਉਹ ਸੰਸਥਾਵਾਂ ਹੌਲੀ ਹੌਲੀ ਜਿਹੜੀਆਂ ਸੰਕਟ ਚਲੀਆਂ ਜਾਣਗੀਆਂ। ਦੂਸਰਾ ਸਵਾਲ ਬੇਹੱਦ ਮਹੱਤਵਪੂਰਨ ਆ ਕਿ ਜਿਹੜਾ ਸਟੇਟਾਂ ਨੇ ਆਉਣ ਵਾਲੇ, ਦੇਖੋ ਸਾਡੀ ਪੰਜਾਬ ਸਰਕਾਰ ਕੀ ਫੈਸਲਾ ਲੈਂਦੀ ਆ। ਬਹੁਤ ਵੱਡਾ ਇਸ਼ੂ ਆ ਕਿ ਰਾਜ ਸਰਕਾਰਾਂ ਇਸੇ ਤੇ ਬੜੀ ਤਕੜੀ ਪੋਜੀਸ਼ਨ ਲੈਣ, ਉਹ ਮਾਰਾਂ ਨੂੰ ਸੁਣਨ, ਮਾਰਾਂ ਦੀਆਂ ਕਮੇਟੀਆਂ ਬਣਾਉਣ ਕਿ ਆਪਣੇ ਰਾਜ ਦੇ ਲੋੜਾਂ ਦੇ ਹਿਸਾਬ ਨਾਲ ਧਿਆਨ 'ਚ ਰੱਖਦੇ ਹੋਏ ਇਹਦੇ ਭਾਸ਼ਾ, ਸੱਭਿਆਚਾਰ, ਇਹਦੀ ਘੱਟ ਗਿਣਤੀ, ਇਹਦੀਆਂ ਵੈਲਿਊਜ਼, ਇਹਦੀ ਐਜੂਕੇਸ਼ਨ ਸਿਸਟਮ ਆ ਜਿਹੜਾ ਇਹਨਾਂ ਨੂੰ ਰਾਈਟ ਮਿਲਿਆ ਹੋਇਆ ਸਕੂਲ ਐਜੂਕੇਸ਼ਨ ਦਾ, ਕਿ ਆਪਣੇ ਸਿਲੇਬਸ, ਆਪਣੀਆਂ ਸਾਰੀਆਂ ਚੀਜ਼ਾਂ ਚੇਂਜ ਕਰ ਸਕਦੀਆਂ, ਸੈੱਟ ਕਰ ਸਕਦੀਆਂ, ਉਹ ਤਬਦੀਲ ਕਰ ਸਕਦੀਆਂ। ਇਹਨਾਂ ਨੂੰ ਡਟ ਕੇ ਸੈਂਟਰ ਵਾਲੀਆਂ ਜਿਹੜੀਆਂ, ਚਾਹੇ ਕੈਬ ਦੀਆਂ ਮੀਟਿੰਗ ਹੋਣਗੀਆਂ ਜਾਂ ਪਾਲਿਸੀਆਂ ਦੀਆਂ ਮੀਟਿੰਗ ਹੋਣਗੀਆਂ, ਇਹ ਮਾਰਾਂ ਦੀਆਂ ਰਿਪੋਰਟਾਂ ਦੇ ਆਧਾਰ ਤੇ ਪੰਜਾਬ ਆਪਣਾ ਕੇਸ ਲੜੇ। ਜਿਵੇਂ ਕੇਰਲਾ ਨੇ ਇਸ ਦੇ ਲਈ ਕਮੇਟੀ ਵੀ ਬਣਾਈ ਆ, ਤੇ ਪੱਛਮੀ ਬੰਗਾਲ ਵੀ ਥੋੜ੍ਹਾ ਬਹੁਤਾ ਸੋਚ ਰਿਹਾ। ਇਸ ਕਦਮ ਵੱਲ ਨੂੰ ਇਹ ਰਾਜ ਸਰਕਾਰਾਂ ਹੀ ਸਟੈਂਡ ਲੈ ਸਕਦੀਆਂ, ਤੇ ਜਿਹੜੇ ਕੇਂਦਰ ਦੀ ਇਹ ਪਾਲਿਸੀ ਆ ਉਹਨੂੰ ਕੋਈ ਠੱਲ ਪੈ ਸਕਦੀ ਆ। ਨਹੀਂ ਤਾਂ ਇਸ ਲੈਵਲ ਦੀ ਪਾਲਿਸੀ ਲਾਗੂ ਹੋ ਕੇ ਦੇਸ਼ ਨੂੰ ਇੱਕ ਵੱਖਰੇ ਰੂਪ ਦਾ ਐਜੂਕੇਸ਼ਨ ਤੇ ਕਲਚਰ ਤੇ ਸਾਰੀਆਂ ਸਿਸਟਮਾਂ 'ਚ ਤੋਰ ਦਿੱਤਾ ਜਾਊ। ਇਹ ਸੀ ਡਾਕਟਰ ਕੁਲਦੀਪ ਸਿੰਘ ਜੀ, ਜਿਨ੍ਹਾਂ ਨੇ ਦੱਸਿਆ ਕਿ ਐਜੂਕੇਸ਼ਨ ਨੀਤੀ ਦੀ ਜਿਹੜੀ ਮਹੱਤਤਾ ਕੀ ਹੈ ਤੇ ਉਹਨੂੰ ਕਿਵੇਂ ਤੱਤ ਫੜਤ 'ਚ ਬਣਾਇਆ ਗਿਆ ਤੇ ਉਹਦੇ 'ਚ ਕਮੀਆਂ ਕੀ ਨੇ ਤੇ ਸਾਡੇ ਸਮਾਜ ਨੂੰ ਅੱਗੇ ਕੀ ਚਾਹੀਦਾ ਸੀਗਾ। ਇਹਦੇ ਤੇ ਜਿਹੜੀਆਂ ਇਹਨਾਂ ਨੇ ਇੱਕ ਖਾਸ ਗੱਲ ਕਹੀ ਹੈ ਕਿ ਸੂਬਾ ਸਰਕਾਰਾਂ ਦਾ ਜਿਹੜਾ ਰਿਐਕਸ਼ਨ ਜਾਂ ਜਿਹੜੀ ਜ਼ਿੰਮੇਵਾਰੀ ਨਾਲ ਉਹਨਾਂ ਨੂੰ ਅੱਗੇ ਗੱਲ ਕਰਨੀ ਚਾਹੀਦੀ ਸੀ, ਉਹਦੇ 'ਚ ਹਜੇ ਕਮੀ ਹੈ। ਕੈਮਰਾਮੈਨ ਵਰੁਣ ਸੈਣੀ ਦੇ ਨਾਲ ਗੁਰਪ੍ਰੀਤ ਸਿੰਘ ਚੱਠਾ, ਅਜੀਤ ਵੈਬ ਟੀਵੀ, ਪਟਿਆਲਾ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।